इरादे मजबूत होने चाहिए आ, तो कोई चीज़ रोक नहीं सकती फिर कामयाब होने के लिए। एक पिंड तो उठ के ਇੱਥੇ ਤੱਕ ਪਹੁੰਚਣਾ, ਜੋ ਜਲੰਧਰ ਆਏ ਸੀਗੇ ਵਿਆਹ ਤੋਂ ਬਾਅਦ ਤੁਸੀਂ ਤਾਂ ਇੱਕ ਕਿਰਾਏ ਦੇ ਘਰ 'ਚ ਸੀਗੇ ਤੇ ਅੱਜ ਪੂਰੀਆਂ ਲਹਿਰਾਂ ਬਹਿਰਾਂ ਨੇ। ਕਿ ਤੁਸੀਂ ਇੱਕ ਪਿੰਡ ਨੂੰ ਬਿਲੋਂਗ ਕਰਦੇ ਆ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਜਿਹੜਾ ਬੰਦਾ ਮਤਲਬ ਸੋਚ ਲੇ ਕਿ ਮੈਂ ਆਹ ਕਰਦਾ, ਆਪਣਾ ਗੋਲ ਇੱਕ ਕਲੀਅਰ ਰੱਖ ਲੇ, ਤਾਂ ਉਹ ਜ਼ਰੂਰ ਕਾਮਯਾਬ ਹੋ ਸਕਦਾ, ਚਾਹੇ ਉਹ ਪਿੰਡ ਨੂੰ ਬਿਲੋਂਗ ਕਰਦਾ ਚਾਹੇ ਸ਼ਹਿਰ ਨੂੰ। ਪੰਜਾਬ 'ਚ ਮੌਕਿਆਂ ਦੀ ਕੋਈ ਘਾਟ ਨਹੀਂ ਆ। ਕੁੜੀਆਂ ਨੂੰ ਸਪੈਸ਼ਲੀ ਜੇ ਮੈਂ ਗੱਲ ਕਰਾਂ ਤਾਂ ਜਿੱਦਾਂ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਸੇ ਵੀ ਗੱਲ 'ਚੋਂ। 18 ਤੋਂ 23 ਵਾਲਾ ਤੁਹਾਡੇ ਮਾਈਂਡ 'ਚ ਕਿਵੇਂ ਆਇਆ, ਕਿ ਕਿਵੇਂ ਫਿਲਟਰ ਕੀਤਾ ਕਿ ਇਸੇ ਏਜ ਵਾਲੇ ਸਾਡੇ ਕੋਲ ਆਉਣ, ਅਸੀਂ ਪੜ੍ਹਾਵਾਂਗੇ, ਇਨਵੈਸਟ ਕਰਾਂਗੇ, ਉਹਨਾਂ ਨੂੰ ਗਾਂਹ ਵਧਾਵਾਂਗੇ? ਕਿਉਂਕਿ ਇਸ ਏਜ ਦੇ ਬੱਚਿਆਂ ਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੁੰਦੀ ਆ, ਉਹਨਾਂ ਨੂੰ ਹੈਂਡ ਹੋਲਡਿੰਗ ਦੀ ਲੋੜ ਹੁੰਦੀ ਆ। ਤਾਂ ਉਹ ਇਹ ਉਮਰ ਜਿਹੜੀ ਹੁੰਦੀ ਆ ਉਹਦੇ 'ਚ ਬੱਚਾ ਮਤਲਬ ਜੋ ਆਪਾਂ ਸਿਖਾਉਣਾ ਚਾਹੁੰਦੇ ਆ ਜਲਦੀ ਗ੍ਰੈਸਪ ਕਰਦਾ। ਮੇਰੀ ਜ਼ਿੰਦਗੀ ਦੀ ਇੱਕੋ ਹੀ ਫਿਲਾਸਫੀ ਆ, ਥੱਕਣਾ ਨਹੀਂ, ਰੁਕਣਾ ਨਹੀਂ, ਚਲਤੇ ਜਾਣਾ ਹੈ। ਪਿੰਡ ਤੋਂ ਉੱਠ ਕੇ ਕਾਰਪੋਰੇਟ ਦੇ ਵਿੱਚ ਵੱਡਾ ਨਾਮ ਬਣਾਉਣਾ ਖਾਸ ਕਰ ਪੰਜਾਬ ਦੀਆਂ ਔਰਤਾਂ ਦੇ ਲਈ ਕਾਫੀ ਔਖਾ ਮੰਨਿਆ ਜਾਂਦਾ ਸੀਗਾ, ਪਰ ਮਿਸਾਲਾਂ ਬਹੁਤ ਨੇ ਤੇ ਇਸੇ ਮਿਸਾਲ ਦੇ ਨਾਲ ਸਾਨੂੰ ਮਿਲਾ ਰਹੇ ਹਾਂ। ਅਮਨਦੀਪ ਕੌਰ ਚੀਮਾ ਜੀ ਨੇ, ਪੁਖਰਾਜ ਦੀ ਕਾਮਯਾਬੀ ਦਾ ਰਾਜ ਵੀ ਨੇ, ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਸਿੱਖਾਂਗੇ ਇਹਨਾਂ ਤੋਂ ਤੇ ਸਮਝਾਂਗੇ ਵੀ ਜ਼ਿੰਦਗੀ ਕਿਵੇਂ ਸਫ਼ਰ ਕੀਤੀ, ਕਿਵੇਂ ਇੱਥੇ ਤੱਕ ਪਹੁੰਚੇ। ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਮੈਮ, ਇੱਕ ਪਿੰਡ ਤੋਂ ਉੱਠ ਕੇ ਇੱਥੇ ਤੱਕ ਪਹੁੰਚਣਾ, ਜੋ ਜਲੰਧਰ ਆਏ ਸੀਗੇ ਵਿਆਹ ਤੋਂ ਬਾਅਦ ਤੁਸੀਂ ਤਾਂ ਇੱਕ ਕਿਰਾਏ ਦੇ ਘਰ 'ਚ ਸੀਗੇ ਤੇ ਅੱਜ ਪੂਰੀਆਂ ਲਹਿਰਾਂ ਬਹਿਰਾਂ ਨੇ। ਹਾਂਜੀ ਸਰ, ਕਿਉਂਕਿ ਮੈਂ ਛੋਟੇ ਜਿਹੇ ਪਿੰਡ ਨੂੰ ਬਿਲੋਂਗ ਕਰਦੀ ਹਾਂ। ਸਭ ਤੋਂ ਪਹਿਲਾਂ ਮੈਂ ਆਪਣਾ ਪਿਛੋਕੜ ਦੱਸਦੀ ਹਾਂ। ਮੈਂ ਨਰੂਆਣਾ ਮੇਰਾ ਪਿੰਡ ਆ, ਬਠਿੰਡਾ ਜ਼ਿਲ੍ਹਾ ਦਾ ਇੱਕ ਛੋਟਾ ਜਿਹਾ ਪਿੰਡ ਆ, ਜਿੱਥੇ ਮੇਰੀ ਮੁੱਢਲੀ ਪੜ੍ਹਾਈ ਨਰੂਆਣਾ ਦੇ ਵਿੱਚ ਹੀ ਹੋਈ 10th ਤੱਕ। ਅਤੇ ਮੇਰੇ ਫਾਦਰ ਸਾਹਿਬ ਪ੍ਰੋਫੈਸਰ ਗੁਰਬਚਨ ਸਿੰਘ ਨਰੂਆਣਾ, ਜਿਹੜੇ ਕਿ ਇੱਕ ਉੱਘੇ ਸਾਹਿਤਕਾਰ ਸਨ ਔਰ ਉਹਨਾਂ ਦਾ ਵੱਡਾ ਨਾਂ ਸੀ ਪੰਜਾਬੀ ਸਾਹਿਤ ਦੇ ਵਿੱਚ। ਉਹਨਾਂ ਕੋਲ 6000 ਤੋਂ ਪਲੱਸ ਕਿਤਾਬਾਂ ਸੀ। ਸਾਡੇ ਘਰ ਬਹੁਤ ਅੱਛੀ ਲਾਇਬ੍ਰੇਰੀ ਬਣੀ ਹੋਈ ਸੀ ਔਰ ਉਹਨਾਂ ਤੋਂ ਮੈਨੂੰ ਪ੍ਰੇਰਨਾ ਮਿਲੀ। ਉਹਨਾਂ ਨੇ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਕਦੇ ਇਹ ਮਹਿਸੂਸ ਨਹੀਂ ਕਰਾਇਆ ਕਿ ਲੜਕੀਆਂ ਕਿਸੇ ਵੀ ਮਾਮਲੇ 'ਚ ਲੜਕਿਆਂ ਨਾਲੋਂ ਘੱਟ ਨੇ। ਤਾਂ ਉਹੀ ਉਹਨਾਂ ਦੇ ਹੀ ਪ੍ਰੇਰਨਾ ਦੇ ਸਦਕਾ ਮੈਂ ਅੱਜ ਇੱਥੋਂ ਤੱਕ ਪਹੁੰਚ ਪਾਈ ਹਾਂ, ਮੈਂ ਸਮਝਦੀ ਹਾਂ ਜੀ। ਜਦੋਂ ਸ਼ੁਰੂਆਤ ਹੋਈ, ਕਿਉਂਕਿ ਆਫਟਰ ਮੈਰਿਜ ਬਿਲਕੁਲ ਲਾਈਫ ਚੇਂਜ ਹੋ ਜਾਂਦੀ ਹੈ ਜੀ। ਇੱਕ ਰਿਸ਼ਤਾ ਵੀ ਹੁੰਦਾ ਹੈਗਾ। ਅੱਜ ਕੱਲ੍ਹ ਆਪਾਂ ਖਬਰਾਂ ਦੇਖਦੇ ਹਾਂ, ਮਨੀਸ਼ਾ ਗੁਲਾਟੀ ਹੋਣਾ ਦੇ ਕੋਲ ਲਾਈਨਾਂ ਲੱਗੀਆਂ ਹੁੰਦੀਆਂ ਪੂਰੀਆਂ। ਇੱਕ ਇਸ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਤੁਸੀਂ, ਪਤੀ ਪਤਨੀ ਦੇ ਰਿਸ਼ਤੇ ਨੂੰ, ਤੇ ਕਾਮਯਾਬੀ ਦੇ ਵਿੱਚ ਇਹਦਾ ਕੀ ਮਾਇਨਾ ਸਮਝਦੇ? ਦੇਖੋ, ਹਸਬੈਂਡ ਵਾਈਫ ਦੇ ਆਪਾਂ ਰਿਸ਼ਤੇ ਦੀ ਗੱਲ ਕਰੀਏ ਤਾਂ ਇਹ ਇੱਕ ਵਿਸ਼ਵਾਸ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਇੱਕ ਦੂਜੇ ਦੇ ਲਈ। ਜਿਹੜੀਆਂ ਜੇ ਹਸਬੈਂਡ ਨੂੰ ਕੋਈ ਆਪਣੀ ਵਾਈਫ ਤੋਂ ਉਮੀਦਾਂ, ਤਾਂ ਸਾਨੂੰ ਸਭ ਤੋਂ ਪਹਿਲਾਂ ਉਹ ਸਮਝਣੀਆਂ ਚਾਹੀਦੀਆਂ, ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਚਾਹੀਦਾ। ਔਰ ਆਪਣੇ ਇਨ-ਲॉज ਪਰਿਵਾਰ ਦੇ ਲਈ ਤੁਹਾਡੀਆਂ ਕੀ ਰਿਸਪੋਂਸੀਬਿਲਟੀ ਨੇ, ਬੱਚਿਆਂ ਦੇ ਲਈ ਕੀ ਰਿਸਪੋਂਸੀਬਿਲਟੀ ਨੇ, ਉਹ ਸਾਨੂੰ ਉਹਦੇ ਲਈ ਖਰਾ ਉਤਰਨਾ ਚਾਹੀਦਾ। ਤਾਂ ਔਰ ਹਸਬੈਂਡ ਦਾ ਵੀ ਇਹ ਰੋਲ ਹੋਣਾ ਚਾਹੀਦਾ ਕਿ ਵਾਈਫ ਨੂੰ ਕੀ ਉਹਨਾਂ ਤੋਂ ਉਮੀਦਾਂ ਨੇ, ਉਹ ਕੀ ਚਾਹੁੰਦੇ ਨੇ, ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਆਈ ਥਿੰਕ ਇਹ ਸਭ ਤੋਂ ਵੱਡੀ ਗੱਲ ਆ। ਇਹ ਸਾਰੀਆਂ ਚੀਜ਼ਾਂ ਮੈਨੇਜ ਕਿਵੇਂ ਹੁੰਦੀਆਂ, ਕਿਉਂਕਿ ਪਰਿਵਾਰ, ਬੱਚੇ ਤੇ ਬਿਜ਼ਨਸ, ਇੱਕ ਬੰਦੇ ਦੇ ਲਈ ਨਾ ਕੁਛ ਮੈਨੇਜ ਕਰਨਾ ਕਿੰਨਾ ਕੁ ਔਖਾ ਲੱਗਦਾ ਹੈ? ਤੁਸੀਂ ਕਿਵੇਂ ਕੀਤਾ? ਮੈਂ ਸਮਝਦੀ ਹਾਂ ਐਜ਼ ਏ ਵੂਮਨ ਇਹ ਇੱਕ ਗੋਡ ਗਿਫਟਡ ਸਕਿੱਲ ਆ, ਜਿਹੜੀ ਕਿ ਪਰਮਾਤਮਾ ਵੱਲੋਂ ਹੀ ਹੈ ਸਾਨੂੰ। ਅਸੀਂ ਮਤਲਬ ਐਜ਼ ਅ ਲੇਡੀ ਇਹ ਅਸੀਂ ਸਾਡੇ 'ਚ ਮੈਨੇਜਮੈਂਟ ਦੀਆਂ ਸਕਿੱਲਸ ਸ਼ੁਰੂ ਤੋਂ ਹੀ ਨੇ, ਗੋਡ ਗਿਫਟਡ ਹੀ ਨੇ। ਅਸੀਂ ਘਰ ਨੂੰ ਵੀ ਬੈਲੈਂਸ ਕਰਨਾ ਹੁੰਦਾ, ਬੱਚਿਆਂ ਨੂੰ ਵੀ, ਔਰ ਜੇ ਵਰਕਿੰਗ ਲੇਡੀ ਆ ਤਾਂ ਆਪਣਾ ਬਿਜ਼ਨਸ ਨੂੰ ਵੀ ਤੁਸੀਂ ਦੇਖਣਾ। ਤਾਂ ਉਹਦੇ ਲਈ ਬੈਲੈਂਸ ਬਣਾ ਕੇ ਤੁਸੀਂ ਰੱਖਣਾ ਹੁੰਦਾ। ਤੁਹਾਨੂੰ ਪਤਾ ਹੁੰਦਾ ਕਿ ਕਿਹੜੇ ਟਾਈਮ 'ਤੇ ਕਿਹੜੀ ਚੀਜ਼ ਦੀ ਜ਼ਿਆਦਾ ਪ੍ਰਾਇਓਰਟੀ ਆ, ਤਾਂ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਆਪਣਾ ਸੈੱਟ ਕਰਨਾ ਪੈਂਦਾ ਲਾਈਫ ਸਟਾਈਲ। ਤਾਂ ਆਪਣੇ ਉਹਦੇ ਲਈ ਸਭ ਤੋਂ ਜ਼ਰੂਰੀ ਆ ਆਪਣੇ ਆਪ ਨੂੰ ਫਿੱਟ ਰੱਖਣਾ। ਆਪਣੀ ਲੇਡੀ ਨੂੰ ਆਪਣੀ ਫਿਟਨੈਸ ਦੇ ਉੱਪਰ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ, ਤਾਂ ਕਿ ਇਹ ਸਾਰੀਆਂ ਚੀਜ਼ਾਂ ਇੰਬੈਲੈਂਸ ਨਾ ਹੋ ਜਾਣ।
ਤਾਂ ਮੈਂ ਮਤਲਬ ਅਲੱਗ ਫੀਲਡ ਚੁਣਿਆ ਜਿਹੜਾ ਕਿ ਮੇਰੇ ਲਈ ਔਖਾ ਸੀਗਾ, ਕਿਉਂਕਿ ਪੰਜਾਬੀ ਦੀ ਤਾਂ ਮੈਨੂੰ ਘਰੋਂ ਹੀ ਮਿਲ ਸਕਦੀ ਸੀ ਗਾਈਡੈਂਸ ਫਾਦਰ ਸਾਹਿਬ ਤੋਂ। ਫਿਰ ਮੈਂ ਇਕਨੋਮਿਕਸ ਦਾ ਮਤਲਬ ਆਪਣਾ ਮੋਟਿਵ ਬਣਾਇਆ ਕਿ ਮੈਂ MA ਇਕਨੋਮਿਕਸ ਕਰਨੀ ਆ। ਤਾਂ ਉਹਦੇ 'ਚ ਮੈਂ ਮਤਲਬ ਆਪਣੇ ਆਪ ਨੂੰ ਸੋਚਿਆ ਕਿ ਮੈਂ ਕੁਛ ਡਿਫਰੈਂਟ ਕਰਨਾ, ਤਾਂ ਅਲੱਗ ਕਰਨਾ ਮਤਲਬ ਘਰਦਿਆਂ ਨਾਲੋਂ। ਤਾਂ ਫਿਰ ਜਦੋਂ ਮੈਰਿਜ ਦਾ ਆਇਆ, ਘਰਦਿਆਂ ਨੇ ਮਤਲਬ ਸੋਚਣਾ ਸ਼ੁਰੂ ਕੀਤਾ। ਤਾਂ ਜਦੋਂ ਮੈਨੂੰ ਮਤਲਬ ਰਿਸ਼ਤਾ ਦੀ ਗੱਲ ਚੱਲੀ ਤਾਂ ਇੱਕ ਮਤਲਬ ਬਿਜ਼ਨਸਮੈਨ ਦਾ ਮੈਨੂੰ ਰਿਸ਼ਤਾ ਆਇਆ, ਤਾਂ ਉਦੋਂ ਫਿਰ ਮਨ 'ਚ ਮੇਰੇ ਥੋਟ ਆਇਆ ਕਿ ਇਹ ਮੇਰੇ ਲਈ ਪਰਫੈਕਟ ਹੋਏਗਾ। ਮੈਨੂੰ ਜੋ ਪਲੇਟਫਾਰਮ ਚਾਹੀਦਾ, ਕਿਉਂਕਿ ਮੈਂ ਵੀ ਇੱਦਾਂ ਹੀ ਚਾਹੁੰਦੀ ਸੀ ਕਿ ਮੈਂ ਕੁਛ ਆਪਣਾ ਕਰਾਂ, ਆਪਣਾ ਕੰਮ ਕਰਾਂ, ਜਿੱਥੇ ਮੈਂ ਮਤਲਬ ਕੁਛ ਨਵਾਂ ਸਿੱਖ ਸਕਾਂ, ਨਵਾਂ ਮੈਂ ਕਰ ਸਕਾਂ। ਤਾਂ ਉਹ ਚੀਜ਼ ਮੈਨੂੰ ਲੱਗੀ ਕਿ ਇਹ ਮੇਰੇ ਲਈ ਰਾਈਟ ਆ। ਤਾਂ ਉਸ ਤੋਂ ਬਾਅਦ ਆਫਟਰ ਮੈਰਿਜ ਫਿਰ ਮੈਨੂੰ ਪਲੇਟਫਾਰਮ ਮਿਲ ਗਿਆ, ਕਿਉਂਕਿ ਸਰ ਦਾ ਬਿਜ਼ਨਸ ਸੀਗਾ, ਹਸਬੈਂਡ ਦਾ ਮੇਰੇ ਦਾ ਆਪਣਾ ਉਹਨਾਂ ਨੇ ਖੁਦ ਹੀ ਸੈਟਅਪ ਕੀਤਾ ਸੀ ਸਾਰਾ। ਤਾਂ ਫਿਰ ਉਹਨਾਂ ਨੂੰ ਵੀ ਉਸ ਟਾਈਮ 'ਤੇ ਮਤਲਬ ਉਹਨਾਂ ਦਾ ਵੀ ਇਹੀ ਮੋਟਿਵ ਸੀ ਕਿ ਜਿਹੜਾ ਮੇਰੇ ਲਾਈਫ ਪਾਰਟਨਰ ਹੋਣਗੇ ਉਹ MA ਇਕਨੋਮਿਕਸ ਦਾ ਉਹੀ ਉਹਨਾਂ ਨੂੰ ਲੱਗਿਆ ਕਿ ਬੈਨੀਫਿਟ ਹੋਊਗਾ ਬਿਜ਼ਨਸ ਦੇ ਵਿੱਚ ਵੀ। ਤਾਂ ਉਹ ਵੀ ਮੇਰੇ ਲਈ ਇੱਕ ਉਸ ਟਾਈਮ 'ਤੇ ਰਿਸਪੋਂਸੀਬਿਲਟੀ ਮੈਂ ਸਮਝੀ ਕਿ ਇਹਨਾਂ ਨੂੰ ਮੇਰੇ ਤੋਂ ਉਮੀਦਾਂ, ਤਾਂ ਮੈਨੂੰ ਮਤਲਬ ਬਿਜ਼ਨਸ ਦੇ ਵਿੱਚ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਤਾਂ ਉਸ ਤੋਂ ਫਿਰ ਮੈਂ ਮਤਲਬ ਇਹਨਾਂ ਨੇ ਹਸਬੈਂਡ ਨੇ ਮੇਰੇ ਨਾਲ ਸਾਰਾ ਸ਼ੇਅਰ ਕਰਨਾ ਸ਼ੁਰੂ ਕੀਤਾ। ਤਾਂ ਮੈਂ ਮਤਲਬ ਆਪਣੇ ਆਪ ਨੂੰ ਆਈਡੀਆਜ਼ ਦੇਣੇ ਸ਼ੁਰੂ ਕੀਤੇ। ਬਿਜ਼ਨਸ ਦੇ ਵਿੱਚ ਮੇਰੀ ਇਨਵੋਲਵਮੈਂਟ ਹੋ ਗਈ ਸ਼ੁਰੂ ਤੋਂ ਹੀ ਐਜ਼ ਏ ਡਾਇਰੈਕਟਰ, ਪਹਿਲਾਂ 2003 ਦੇ ਵਿੱਚ। ਤਾਂ ਆਫਟਰ ਮਤਲਬ 13 ਈਅਰਸ ਬਾਅਦ ਜਦੋਂ ਥੋੜ੍ਹੇ ਬੱਚੇ ਗਰੋਨ ਅਪ ਹੋ ਗਏ, ਪਹਿਲਾਂ ਸਾਡੀ ਪ੍ਰਾਇੋਰਟੀ ਸੀ ਕਿ ਬੱਚੇ ਹੀ ਦੇਖਣੇ ਆ, ਇੱਕ ਜਣੇ ਨੂੰ ਘਰ ਸੰਭਾਲਣਾ ਚਾਹੀਦਾ, ਦੋਨੋਂ ਅਗਰ ਬਿਜ਼ੀ ਹੋ ਗਏ ਤਾਂ ਬੱਚਿਆਂ ਦਾ ਫਿਰ ਮੁਸ਼ਕਿਲ ਹੋ ਜਾਣਾ ਸੀਗਾ। ਫਿਰ ਉਹਨੂੰ ਸੋਚ ਕੇ ਪਹਿਲਾਂ ਮੈਂ ਘਰ ਸੰਭਾਲਿਆ, ਬੱਚੇ ਸੰਭਾਲੇ। ਫਿਰ ਉਸ ਤੋਂ ਬਾਅਦ ਲੱਗਣ ਲੱਗਿਆ, ਮੇਰੇ ਫਾਦਰ ਸਾਹਿਬ ਵੀ ਮੈਨੂੰ ਮੋਟੀਵੇਟ ਕਰਦੇ ਸੀਗੇ ਕਿ ਤੁਹਾਡੇ ਵਿੱਚ ਸਕਿੱਲ ਹੈਗੇ ਆ, ਤੁਸੀਂ ਫਰੰਟ 'ਤੇ ਆਓ, ਤੁਸੀਂ ਮਤਲਬ ਘਰ ਰਹਿ ਕੇ ਮਤਲਬ ਉਹ ਨਹੀਂ ਕਰ ਪਾ ਰਹੇ ਜੋ ਤੁਹਾਨੂੰ ਇੱਕ ਅੱਗੇ ਆ ਕੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੀਦਾ, ਤੁਹਾਡੇ 'ਚ ਕਾਬਲੀਅਤ ਹੈਗੀ ਆ। ਫਿਰ 2015 ਦੇ ਵਿੱਚ ਐਜ਼ ਅ ਐਗਜ਼ੀਕਿਊਟਿਵ ਡਾਇਰੈਕਟਰ ਮੇਰੀ ਐਂਟਰੀ ਹੋਈ। ਤਾਂ ਉਸ ਤੋਂ ਬਾਅਦ ਮਤਲਬ ਮੈਂ ਜੋ ਮੈਨੂੰ ਲੱਗਦਾ ਸੀ ਜਿੱਥੇ ਕਿ ਆਹ ਫੀਲਡ ਸਾਡਾ ਵੀਕ ਹੈਗਾ, ਤਾਂ ਉਹਦੇ ਵਿੱਚ ਮੈਂ ਮਤਲਬ ਕਾਫੀ ਉਹਦੇ 'ਚ ਕੀਤਾ ਕਿ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਕਰਨਾ ਚਾਹੀਦਾ। ਮੈਨੂੰ ਮਤਲਬ ਹਰ ਇੱਕ ਚੀਜ਼ ਮੈਨੂੰ ਪਰਫੈਕਸ਼ਨ ਪਸੰਦ ਆ। ਕਿਤੇ ਵੀ ਮੈਨੂੰ ਇਹ ਲੱਗਦਾ ਕਿ ਇੱਥੇ ਆਹ ਚੀਜ਼ ਇੱਦਾਂ ਹੋਣੀ ਚਾਹੀਦੀ ਆ, ਇੱਦਾਂ ਹੋਣੀ ਚਾਹੀਦੀ ਆ। ਜਿੱਦਾਂ ਲੇਡੀਜ਼ ਦੇ ਵਿੱਚ ਮੈਨੇਜਮੈਂਟ ਸਕਿੱਲ ਇਨਬਿਲਡ ਹੀ ਹੁੰਦੀਆਂ, ਤਾਂ ਉੱਥੇ ਮੈਂ ਆਪਣੇ ਕੋਸ਼ਿਸ਼ਾਂ ਦੇ ਨਾਲ ਕਾਫੀ ਚੇਂਜਸ ਕੀਤੀਆਂ ਬਿਜ਼ਨਸ ਦੇ ਵਿੱਚ। ਇੱਥੇ ਮਤਲਬ ਆਫਿਸ ਦੇ ਵਿੱਚ ਵੀ ਸਟਾਫ ਦੇ ਨਾਲ ਮੇਰੀ ਕਾਫੀ ਵਧੀਆ ਬੌਂਡਿੰਗ ਆ, ਕਾਫੀ ਅੱਛੀ ਕੋਆਰਡੀਨੇਸ਼ਨ ਆ। ਔਰ ਮੈਨੂੰ ਮਾਣ ਮਹਿਸੂਸ ਆ ਕਿ ਇੱਥੇ ਵੀ ਸਾਡੇ ਕੋਲ 80% ਲੜਕੀਆਂ ਨੇ, ਔਰ ਸਾਡੀ ਕੰਪਨੀ ਦੇ ਵਿੱਚ ਵੀ 60% ਲੜਕੀਆਂ ਨੇ, ਤਾਂ 40% ਮਤਲਬ ਮੇਲ ਨੇ। ਮਤਲਬ ਇਹ ਮੰਨੀਏ ਕਿ ਤੁਸੀਂ ਜਦੋਂ ਚੰਗੀ ਤਰ੍ਹਾਂ ਸਾਂਭਿਆ ਤਾਂ ਕੰਪਨੀ ਦੀ ਤਾਕਤ 60 ਗੁਣਾ ਵਧਾਤੀ। ਹਾਂਜੀ, ਕਹਿ ਸਕਦੇ ਹਾਂ ਆਪਾਂ। ਹਾਂਜੀ। ਅੱਛਾ ਮੈਮ, ਇੱਕ ਚੀਜ਼ ਹੋਰ ਨੋਟ ਕੀਤੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਪਿੰਡਾਂ ਤੋਂ ਉੱਠ ਕੇ ਇੱਥੇ ਤੱਕ ਪਹੁੰਚਣਾ। ਹਾਲਾਂਕਿ ਕਾਫੀ ਸੁਧਾਰ ਹੋ ਰਿਹਾ, ਤੁਸੀਂ ਵੀ ਉਸ ਸੁਧਾਰ ਦੀ ਮਿਸਾਲ ਹੋ, ਪਰ ਪਿੰਡਾਂ 'ਚ ਹਜੇ ਵੀ ਜਾਂ ਸਾਡੇ ਪੰਜਾਬ 'ਚ ਇਹੋ ਜਿਹਾ ਮਾਹੌਲ ਹੈਗਾ ਕਿ ਔਰਤਾਂ ਨੂੰ ਚੁੱਲ੍ਹੇ ਚੌਂਕਿਆਂ ਜੋਗੇ ਸਮਝਿਆ ਜਾਂਦਾ, ਜਾਂ ਉਹ ਜਿਹੜੇ ਉਹਨਾਂ ਦੇ ਸੁਪਨੇ ਹੁੰਦੇ ਨੇ ਜਾਂ ਜਿਹੜੀ ਕਾਬਲੀਅਤ ਹੈ ਉਹਨਾਂ ਨੂੰ ਮੌਕਾ ਨਹੀਂ ਮਿਲ ਪਾਉਂਦਾ। ਸਾਰੇ ਮਾਹੌਲ ਨੂੰ ਕਿਵੇਂ ਦੇਖਦੇ? ਹਾਂਜੀ, ਹਾਲੇ ਵੀ ਪਿੰਡਾਂ ਦੇ ਵਿੱਚ ਇਹੀ ਸੋਚ ਆ ਜ਼ਿਆਦਾਤਰ, ਜਿਹੜੀ ਕਿ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਲੜਕੀਆਂ ਦੇ ਵਿੱਚ ਜਿਹੜੀ ਆਟੋਮੈਟਿਕਲੀ, ਜਿੱਦਾਂ ਮੈਂ ਕਹਿ ਰਹੀ ਹਾਂ ਕਿ ਮੈਨੇਜਮੈਂਟ ਦੇ ਗੁਣ ਹੁੰਦੇ ਆ, ਫਿਰ ਲੜਕੀਆਂ ਦੇ ਵੀ ਸੁਪਨੇ ਹੁੰਦੇ ਆ ਕਿ ਅਸੀਂ ਵੀ ਕੁਛ ਆਪਣਾ ਕੈਰੀਅਰ ਬਣਾਈਏ, ਆਪਣਾ ਮਤਲਬ ਕੁਛ ਯੋਗਦਾਨ ਦੇਈਏ ਸਮਾਜ ਦੇ ਵਿੱਚ। ਅਤੇ ਉਹਨਾਂ ਨੂੰ ਜ਼ਰੂਰ ਪਲੇਟਫਾਰਮ ਮਿਲਣਾ ਚਾਹੀਦਾ, ਕਿਉਂਕਿ ਲੇਡੀਜ਼ ਜਿੰਨਾ ਅੱਛਾ ਸੰਭਾਲ ਸਕਦੀਆਂ, ਜਿੰਨਾ ਕਾਈਂਡ ਹਾਰਟਡ ਹੁੰਦੀਆਂ, ਮਤਲਬ ਬੈਲੈਂਸ ਬਣਾ ਕੇ ਚੱਲ ਸਕਦੀਆਂ ਕੰਮ ਦੇ ਵਿੱਚ ਵੀ ਔਰ ਪਰਸਨਲ ਲਾਈਫ ਦੇ ਵਿੱਚ ਵੀ, ਆਈ ਥਿੰਕ ਉਹਦਾ ਕੋਈ ਮੁਕਾਬਲਾ ਨਹੀਂ ਆ। ਉਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਜਿੱਦਾਂ ਨਿਊਜ਼ੀਲੈਂਡ ਦੀ ਪ੍ਰੈਜ਼ੀਡੈਂਟ ਆ, ਉਹ ਅੱਜ ਕੱਲ੍ਹ ਮਤਲਬ ਕਿੰਨੀ ਬਹੁਤ ਅੱਛੇ ਤਰੀਕੇ ਨਾਲ ਦੇਸ਼ ਨੂੰ ਚਲਾ ਰਹੀ ਹੈ। ਸੈਕਿੰਡ ਟਾਈਮ ਵੀ ਇੰਨੇ ਵਧੀਆ ਮਤਲਬ ਬਹੁਮਤ ਦੇ ਨਾਲ ਅੱਗੇ ਆਈ ਆ। ਫਿਰ ਆਪਣੇ ਦੇਸ਼ ਦੇ ਵਿੱਚ ਜਿੱਦਾਂ ਨਿਰਮਲਾ ਸੀਤਾਰਮਨ ਜੀ ਆਪਣੇ ਫਾਈਨੈਂਸ ਮਿਨਿਸਟਰ ਨੇ, ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿੱਥੇ ਮੌਕਾ ਮਿਲਿਆ ਲੇਡੀਜ਼ ਨੂੰ ਔਰ ਬਹੁਤ ਅੱਛਾ ਕਰ ਰਹੀਆਂ। ਤਾਂ ਇਸ ਕਰਕੇ ਲੇਡੀਜ਼ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਆ। ਕੀ ਲੱਗਦਾ ਤੁਹਾਨੂੰ ਕਿ ਕਾਮਯਾਬੀ ਪਿੱਛੇ ਜਾਂ ਬਿਜ਼ਨਸ ਨੂੰ ਇੱਕ ਸਿਖਰਾਂ 'ਤੇ ਪਹੁੰਚਾਉਣ ਪਿੱਛੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕੰਮ ਕਰਦੀਆਂ, ਕਿਹੜੇ ਫੈਕਟ ਨੇ?
ਸਭ ਤੋਂ ਜ਼ਿਆਦਾ ਜ਼ਰੂਰੀ ਮੈਂ ਸਮਝਦੀ ਹਾਂ ਕਿ ਤੁਹਾਨੂੰ ਆਪਣੇ ਬਿਜ਼ਨਸ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਬਿਜ਼ਨਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ, ਕਿਹੜੇ-ਕਿਹੜੇ ਇਨਗਰੀਡੀਐਂਟਸ ਨੇ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਆਪਣੀ ਬਿਜ਼ਨਸ ਦੇ ਵਿੱਚ ਕੀ ਜਿਹੜੇ ਹੈਗੇ ਆ ਮੇਨ ਜਿਹੜੇ ਚੈਲੰਜ ਆ ਉਹਨੂੰ ਤੁਹਾਨੂੰ ਸਵੀਕਾਰ ਕਰਨੇ ਚਾਹੀਦੇ ਆ, ਔਰ ਜਿੱਥੇ ਤੁਹਾਨੂੰ ਡੇਅਰਿੰਗ ਫੈਸਲੇ ਲੈਣ ਦੀ ਜ਼ਰੂਰਤ ਆ ਉੱਥੇ ਤੁਸੀਂ ਡੇਅਰਿੰਗ ਫੈਸਲੇ ਲਓ। ਤਾਂ ਆਈ ਥਿੰਕ ਇਹ ਸਾਰਾ ਸੁਮੇਲ ਮਿਲ ਕੇ ਹੀ ਇੱਕ ਕਾਮਯਾਬ ਬਣਾਉਂਦਾ ਕਿਸੇ ਵੀ ਆਰਗੇਨਾਈਜੇਸ਼ਨ ਨੂੰ। ਚੈਲੰਜਸ ਦੀ ਤੁਸੀਂ ਗੱਲ ਕੀਤੀ, ਹਰ ਬਿਜ਼ਨਸ ਦੇ ਵਿੱਚ ਆਉਂਦਾ। ਅੱਜ ਦਾ ਯੂਥ ਵੀ ਆਪਾਂ ਦੇਖੀਏ ਤਾਂ ਪੰਜਾਬ 'ਚ ਕਹਿੰਦੇ ਵੀ ਮੌਕੇ ਘੱਟ ਨੇ। ਤੁਹਾਨੂੰ ਕੀ ਲੱਗਦਾ ਕਿ ਪੰਜਾਬ 'ਚ ਮੌਕੇ ਨੇ? ਪੰਜਾਬ ਖਾਲੀ ਹੋ ਰਿਹਾ ਲਗਾਤਾਰ, ਆਪਾਂ ਦੇਖ ਰਹੇ ਹਾਂ ਕਿ ਬਾਹਰ ਨੂੰ ਜਾ ਰਿਹਾ। ਹਾਲਾਂਕਿ ਬਾਹਰ ਜਾਣਾ ਸਹੀ ਜਾਂ ਗਲਤ ਇੱਕ ਵੱਖਰਾ ਵਿਸ਼ਾ ਹੈਗਾ, ਪਰ ਪੰਜਾਬ 'ਚ ਮੌਕੇ ਕਿਵੇਂ ਦੇਖਦੇ ਹੋ ਤੁਸੀਂ? ਪੰਜਾਬ 'ਚ ਮੌਕਿਆਂ ਦੀ ਕੋਈ ਘਾਟ ਨਹੀਂ ਆ। ਆਪਾਂ ਨੂੰ ਮਤਲਬ ਇਹ ਨਹੀਂ ਸੋਚਣਾ ਚਾਹੀਦਾ ਕਿ ਆਹ ਫੀਲਡ ਆ ਜਾਂ ਇਸ ਫੀਲਡ 'ਚ ਹੀ ਜਾਣਾ ਚਾਹੀਦਾ। ਕੁੜੀਆਂ ਨੂੰ ਸਪੈਸ਼ਲੀ ਜੇ ਮੈਂ ਗੱਲ ਕਰਾਂ ਤਾਂ ਜਿੱਦਾਂ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਸੇ ਵੀ ਗੱਲ 'ਚੋਂ। ਉਹਨਾਂ ਨੂੰ ਹਮੇਸ਼ਾ ਆਪਣੇ ਆਪ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਮਤਲਬ ਇੱਕ ਫੀਲਡ ਦੇ ਵਿੱਚ ਨਾ ਵੱਜਾਂ, ਜਾਂ ਮੈਂ ਸਿਰਫ ਘਰ ਦੇ ਕੰਮਾਂ ਵਾਸਤੇ ਹੀ ਨਹੀਂ ਬਣੀ, ਮੈਂ ਬਿਜ਼ਨਸ ਵੀ ਕਰ ਸਕਦੀ ਹਾਂ। ਮੇਰੇ 'ਚ ਜਿਹੜੇ ਵੀ ਹੋਰ ਸਕਿੱਲ ਹੈਗੇ ਆ ਉਹਨਾਂ ਨੂੰ ਇਨਹਾਂਸ ਕਰਨ ਅਤੇ ਆਪਣੇ ਆਪ ਨੂੰ ਐਕਸਪਲੋਰ ਕਰਨ, ਤਾਂ ਕਿ ਮੈਂ ਸਮਝਦੀ ਹਾਂ ਇੱਥੇ ਵੀ ਕੋਈ ਅਪਰਚੁਨਿਟੀ ਘੱਟ ਨਹੀਂ ਆ। ਇਹ ਨਾ ਸੋਚਣ ਕਿ ਬਾਹਰ ਜਾ ਕੇ ਹੀ ਅਸੀਂ ਮਤਲਬ ਕੰਮ ਕਰ ਸਕਦੇ ਹਾਂ। ਇੱਥੇ ਵੀ ਬਰਾਬਰ ਅਪਰਚੁਨਿਟੀ ਨੇ ਜੇ ਕੋਈ ਕੰਮ ਕਰਨਾ ਚਾਹਵੇ ਤਾਂ। ਆਪਣਾ ਟਾਰਗੇਟ ਕਲੀਅਰ ਆ ਤਾਂ ਆਪਾਂ ਉਹਦੇ 'ਤੇ ਫੋਕਸਡ ਰਹੀਏ ਤਾਂ ਆਪਾਂ ਜ਼ਰੂਰ ਕੁਛ ਅੱਛਾ ਕਰ ਸਕਦੇ ਹਾਂ। ਆਪਾਂ ਉਹਨੂੰ ਗੋਲ ਨੂੰ ਆਪਣੇ ਨੂੰ ਸੈੱਟ ਕਰਕੇ ਆਪਾਂ ਅਚੀਵ ਕਰ ਸਕਦੇ ਹਾਂ। ਤਾਂ ਇਹ ਕੋਈ ਹਰਡਲ ਨਹੀਂ ਆ ਕਿ ਤੁਸੀਂ ਇੱਕ ਪਿੰਡ ਨੂੰ ਬਿਲੋਂਗ ਕਰਦੇ ਆ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਤਾਂ ਜਿਹੜਾ ਬੰਦਾ ਮਤਲਬ ਸੋਚ ਲੇ ਕਿ ਮੈਂ ਆਹ ਕਰਨਾ, ਆਪਣਾ ਗੋਲ ਇੱਕ ਕਲੀਅਰ ਰੱਖ ਲੇ, ਤਾਂ ਉਹ ਜ਼ਰੂਰ ਕਾਮਯਾਬ ਹੋ ਸਕਦਾ, ਚਾਹੇ ਉਹ ਪਿੰਡ ਨੂੰ ਬਿਲੋਂਗ ਕਰਦਾ ਚਾਹੇ ਸ਼ਹਿਰ ਨੂੰ। ਇਹ ਮਤਲਬ ਕੋਈ ਹਰਡਲ ਨਹੀਂ ਆ ਕਿਸੇ ਦੇ ਲਈ। ਅੱਛਾ, ਆਪਾਂ ਗੋਲ ਤਾਂ ਸੋਚ ਲੈਂਦੇ ਹਾਂ, ਬਹੁਤ ਸਾਰੇ ਯੂਥ ਨਾਲ ਤੁਸੀਂ ਵੀ ਗੱਲਬਾਤ ਕਰਦੇ ਹੋ, ਪਰ ਕਮੀ ਰਹਿ ਜਾਂਦੀ ਇੱਕ ਮੋਟੀਵੇਸ਼ਨ ਦੀ। ਨੈਗੇਟਿਵ ਵਿਚਾਰ ਛੇਤੀ ਆ ਜਾਂਦੇ ਨੇ। ਇੱਕ ਠੋਕਰ ਲੱਗਦੀ ਹੈ ਤਾਂ ਮੈਦਾਨ ਛੱਡ ਜਾਂਦਾ ਹੈ, ਫਿਰ ਕੋਈ ਕੋਸ਼ਿਸ਼ ਕਰਦਾ, ਦੂਜੀ ਠੋਕਰ ਲੱਗਦੀ ਹੈ ਤਾਂ ਉਹ ਵੀ ਨਹੀਂ ਕੋਸ਼ਿਸ਼ ਕਰਦਾ। ਖਰਾਜ ਨੇ ਤਾਂ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ, 6-7 ਵਾਰੀ ਨਿਰਾਸ਼ਾ ਝੱਲੀ। ਤਾਂ ਉਹ ਸਮਾਂ ਤੁਹਾਨੂੰ ਕਿਵੇਂ ਲੱਗਦਾ ਕਿ ਯੂਥ ਕਿਵੇਂ ਸਾਂਭੇ, ਜਾਂ ਫਿਰ ਉਹ ਆਉਣਾ ਕਿੰਨਾ ਕੁ ਜ਼ਰੂਰੀ? ਦੇਖੋ, ਸਫਲਤਾ ਦੇ ਪਿੱਛੇ ਜੇ ਬੰਦਾ ਕਾਮਯਾਬ ਹੀ ਇਕੱਲਾ ਹੁੰਦਾ ਜਾਊਗਾ ਤਾਂ ਉਹਨੂੰ ਲਰਨਿੰਗ ਨਹੀਂ ਮਿਲੂਗੀ ਕਦੇ ਵੀ। ਹਮੇਸ਼ਾ ਹੀ ਜੇ ਆਪਾਂ ਕਿਸੇ ਵੱਡੇ ਸੈਲੀਬ੍ਰਿਟੀਜ਼ ਦੀ ਐਗਜ਼ਾਮਪਲਸ ਲਈਏ, ਜਾਂ ਮੈਂ ਆਪਣੇ ਹਸਬੈਂਡ ਦੀ ਐਗਜ਼ਾਮਪਲ ਦੇਵਾਂ ਕਿ ਉਹ ਜਿੱਦਾਂ ਜੇ ਉਹਨਾਂ ਨੂੰ ਅਸਫਲਤਾਵਾਂ ਨਾ ਆਈਆਂ ਹੁੰਦੀਆਂ ਤਾਂ ਆਈ ਥਿੰਕ ਅੱਜ ਅਸੀਂ ਇੱਥੇ ਨਾ ਹੁੰਦੇ, ਕਿਉਂਕਿ ਸਫਲਤਾ ਨਾਲੋਂ ਅਸਫਲਤਾਵਾਂ ਜ਼ਿਆਦਾ ਸਿਖਾਉਂਦੀਆਂ ਔਰ ਉਹਦੇ 'ਚ ਜ਼ਿਆਦਾ ਲਰਨਿੰਗ ਹੁੰਦੀ ਆ। ਉਹੀ ਆਪਾਂ ਨੂੰ ਮੋਟੀਵੇਟ ਕਰਦੇ ਆ ਅੱਗੇ ਵਧਣ ਦੇ ਲਈ, ਆਪਾਂ ਨੂੰ ਸਿੱਖਣ ਦੇ ਲਈ। ਜੀ, ਸਿੱਖਣ ਦੇ ਲਈ ਤੁਹਾਡੀ ਗੱਲ ਠੀਕ ਹੈ, ਕਿਉਂਕਿ ਜਦੋਂ ਤੁਸੀਂ ਤੁਹਾਡੀ ਆਪਣੀ ਲਾਈਫ ਹੈ ਇੱਕ, ਜਦੋਂ ਤੁਸੀਂ ਇੱਥੇ ਆਏ ਸੀਗੇ ਤਾਂ ਕਿਰਾਏ ਦੇ ਘਰ 'ਚ ਸੀਗੇ, ਹੈ ਨਾ। 2000 ਰੁਪਏ ਕਿਰਾਇਆ ਤੁਸੀਂ ਦੱਸ ਰਹੇ ਸੀ 2003-04 ਦੇ ਵਿੱਚ, ਅਤੇ ਅੱਜ ਚੰਗੀਆਂ ਕੋਠੀਆਂ ਵੀ ਨੇ, ਘਰ ਵੀ ਬਹੁਤ ਸੋਹਣਾ ਪਿਆ ਹੈਗਾ। ਲੋਕਾਂ ਨੂੰ ਮਤਲਬ ਲੋਕ ਇਹ ਤਾਂ ਦੇਖ ਲੈਂਦੇ ਕਿ ਕਾਮਯਾਬ ਨੇ, ਪਰ ਉਹਦੇ ਪਿੱਛੇ ਤਪੱਸਿਆ ਵੀ ਬੜੀ ਰਹਿੰਦੀ। ਹਾਂਜੀ, ਬਿਲਕੁਲ। ਜਦੋਂ ਮੇਰੀ ਮੈਰਿਜ ਹੋਈ ਆ ਤਾਂ ਮਤਲਬ ਉਦੋਂ ਅਸੀਂ ਇੱਕ ਛੋਟੇ ਜਿਹੇ ਘਰ 'ਚ ਰਹਿੰਦੇ ਸੀ ਔਰ ਉੱਥੋਂ ਸਾਡੀ ਸ਼ੁਰੂਆਤ ਹੋਈ। ਤਾਂ ਉਦੋਂ ਮਤਲਬ ਪਹਿਲਾ ਫੋਕਸ ਤਾਂ ਇਹੀ ਸੀਗਾ ਕਿ ਬਿਜ਼ਨਸ ਦੇ ਵਿੱਚ ਆਪਣੇ ਆਪ ਨੂੰ ਹੋਰ ਅਸੀਂ ਵੱਡਾ ਕਰਨਾ, ਹੋਰ ਮਤਲਬ ਐਕਸਪਲੋਰ ਕਰਨਾ। ਇੰਡੀਆ ਦੇ ਵਿੱਚ ਤਾਂ ਅਸੀਂ ਕਰ ਹੀ ਰਹੇ ਹਾਂ, ਜਿੱਦਾਂ ਸੀਗਾ ਕਿ ਇੰਡੀਆ ਤੋਂ ਬਾਹਰ ਵੀ ਐਕਸਪੈਂਡ ਕਰੀਏ ਔਰ ਵੱਧ ਤੋਂ ਵੱਧ ਯੂਥ ਨੂੰ ਨਾਲ ਜੋੜੀਏ ਔਰ ਉਹਨਾਂ ਨੂੰ ਮੌਕੇ ਦੇਈਏ, ਕਿਉਂਕਿ ਸਾਡੀ ਕੰਪਨੀ ਦੇ ਵਿੱਚ ਅਸੀਂ 18 ਤੋਂ ਲੈ ਕੇ 23 ਸਾਲ ਦੇ ਬੱਚਿਆਂ ਨੂੰ ਅਸੀਂ ਅਪਰਚੁਨਿਟੀ ਦਿੰਦੇ ਹਾਂ। ਉਹਨਾਂ ਨੂੰ ਅਸੀਂ ਉਹਨਾਂ ਦੀ ਮੁੱਢਲੀ ਗਰੂਮਿੰਗ, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ, ਉਹਨਾਂ ਨੂੰ ਬਿਜ਼ਨਸ ਦੀਆਂ ਸਕਿੱਲਸ, ਸੇਲਸ ਮਾਰਕੀਟਿੰਗ ਦੀਆਂ ਸਕਿੱਲਸ ਅਸੀਂ ਪ੍ਰੋਵਾਈਡ ਕਰਦੇ ਹਾਂ। ਤਾਂ ਉਹਨਾਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਦਿੰਦੇ ਹਾਂ। ਤਾਂ ਮਤਲਬ ਮੇਨਲੀ ਸਾਡਾ ਇਹੀ ਸੀਗਾ ਕਿ ਅਸੀਂ ਬਿਜ਼ਨਸ ਨੂੰ ਉਚਾਈਆਂ 'ਤੇ ਲੈ ਕੇ ਜਾਣਾ। ਉਹਦੇ ਨਾਲ ਬਾਏ ਡਿਫਾਲਟ ਆ ਬਾਕੀ ਚੀਜ਼ਾਂ। ਤਾਂ ਜੇ ਤੁਸੀਂ ਬਿਜ਼ਨਸ ਵਿੱਚ ਤੁਹਾਨੂੰ ਕਾਮਯਾਬੀ ਮਿਲਦੀ ਆ ਤਾਂ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਤੁਸੀਂ ਆਟੋਮੈਟਿਕਲੀ ਕਾਮਯਾਬ ਹੋ ਜਾਂਦੇ ਹੋ। 18 ਤੋਂ 23 ਵਾਲਾ ਤੁਹਾਡੇ ਮਾਈਂਡ 'ਚ ਕਿਵੇਂ ਆਇਆ, ਕਿ ਕਿਵੇਂ ਫਿਲਟਰ ਕੀਤਾ ਕਿ ਇਸੇ ਏਜ ਵਾਲੇ ਸਾਡੇ ਕੋਲ ਆਉਣ, ਅਸੀਂ ਪੜ੍ਹਾਵਾਂਗੇ, ਇਨਵੈਸਟ ਕਰਾਂਗੇ, ਉਹਨਾਂ ਨੂੰ ਗਾਂਹ ਵਧਾਵਾਂਗੇ? ਇਹ ਮਨ 'ਚ ਕਿਵੇਂ ਦੇਖਿਆ ਕਿ 18 ਤੋਂ 23 ਵਾਲੇ ਹੀ ਸਾਡੇ ਕੋਲੇ ਆਉਣ?
ਕਿਉਂਕਿ ਇਸ ਏਜ ਦੇ ਬੱਚਿਆਂ ਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੁੰਦੀ ਆ, ਉਹਨਾਂ ਨੂੰ ਹੈਂਡ ਹੋਲਡਿੰਗ ਦੀ ਲੋੜ ਹੁੰਦੀ ਆ। ਤਾਂ ਉਹ ਇਹ ਉਮਰ ਜਿਹੜੀ ਹੁੰਦੀ ਆ ਉਹਦੇ 'ਚ ਬੱਚਾ ਮਤਲਬ ਜੋ ਆਪਾਂ ਸਿਖਾਉਣਾ ਚਾਹੁੰਦੇ ਆ ਜਲਦੀ ਗ੍ਰੈਸਪ ਕਰਦਾ, ਔਰ ਉਹਨੂੰ ਇੱਕ ਡਾਇਰੈਕਸ਼ਨ ਗੋਲ ਸੈੱਟ ਉਹਦਾ ਹੋ ਜਾਂਦਾ ਕਿ ਤੁਸੀਂ ਇੱਥੋਂ ਮਤਲਬ ਇੱਥੇ ਪਹੁੰਚ ਸਕਦੇ ਆ, ਤੁਸੀਂ ਇੱਕ ਆਮ ਇਨਸਾਨ ਤੋਂ ਇੱਕ ਬਿਜ਼ਨਸਮੈਨ ਬਣ ਸਕਦੇ ਹੋ। ਤਾਂ ਸਾਡੀ ਕੰਪਨੀ ਦਾ ਮੇਨ ਮੋਟਿਵ ਇਹੀ ਆ ਕਿ ਅਸੀਂ ਉਹਨਾਂ ਨੂੰ ਬਿਜ਼ਨਸ ਕਰਨਾ ਸਿਖਾਉਂਦੇ ਆ, ਬਿਜ਼ਨਸ ਦੀ ਟ੍ਰੇਨਿੰਗ ਦਿੰਦੇ ਆ। ਔਰ ਸਾਡੀ ਕੰਪਨੀ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਕਿ ਬੱਚੇ ਬਹੁਤ ਛੋਟੇ ਮਤਲਬ ਉਹਨਾਂ ਨੇ ਪਹਿਲਾਂ ਸਟਾਰਟ ਕੀਤਾ ਛੋਟੀ ਏਜ ਦੇ ਵਿੱਚ, ਔਰ ਬਹੁਤ ਗਰੀਬ ਫੈਮਿਲੀ ਦੇ ਵਿੱਚ ਬਿਲੋਂਗ ਕਰਦੇ ਸੀਗੇ। ਅੱਜ ਉਹ ਬਹੁਤ ਵਧੀਆ ਕਾਮਯਾਬ ਨੇ, ਬਹੁਤ ਅੱਛੀ ਅਰਨਿੰਗ ਕਰ ਰਹੇ ਨੇ, ਔਰ ਬਹੁਤ ਅੱਛੀ ਪੋਸਟ ਦੇ ਉੱਪਰ ਨੇ। ਔਰ ਇੱਕ ਬੜਾ ਮਨ 'ਚ ਡਰ ਰਹਿੰਦਾ ਹੈਗਾ ਲੋਕਾਂ ਦੇ ਵੀ ਕੰਪਨੀਆਂ ਸਾਨੂੰ ਲੈ ਤਾਂ ਲੈਂਦੀਆਂ, ਮੁੜ ਕੇ ਕਾਮਯਾਬ ਹੋਣਾ ਨਾ ਹੋਣਾ ਕੋਈ ਗਰੰਟੀ ਨਹੀਂ ਹੁੰਦੀ। ਕਿਤੇ ਉਹ ਜਿਹੜਾ 18 ਤੋਂ 23 ਵਾਲਾ ਬੈਂਡ ਆ ਕਿਤੇ ਖੱਜਲ ਨਾ ਹੋ ਜਾਏ ਸਾਡੀ 19 ਲਾਈਫ, ਕਿਉਂਕਿ ਕਹਿੰਦੇ ਉਹਦੇ 'ਚ ਅਸੀਂ ਕਾਮਯਾਬੀ ਕਰਨੀ ਹੁੰਦੀ, ਉਹ 'ਚ ਆਈਲੈਟਸ ਕਰਨੀ ਹੁੰਦੀ, ਉਹ 'ਚ ਬਾਹਰ ਜਾਣਾ ਹੁੰਦਾ। ਤੇ ਇੱਥੇ ਰਹਿਣ ਦਾ ਸੋਲਿਡ ਜਾਂ ਕਾਮਯਾਬ ਹੋਣ ਦਾ ਸੋਲਿਡ ਰੀਜ਼ਨ ਕੀ ਸਮਝਦੇ ਹੋ? ਜਿੱਥੋਂ ਤੱਕ ਸਾਡਾ ਕੰਪਨੀ ਦਾ ਸਵਾਲ ਆ, ਜਿਹੜਾ ਬੱਚਾ ਹਾਰਡ ਵਰਕਿੰਗ ਆ, ਕੁਝ ਸਿੱਖਣਾ ਚਾਹੁੰਦਾ, ਤਾਂ ਉਹਦੇ ਲਈ ਬਹੁਤ ਵਧੀਆ ਅਪਰਚੂਨਿਟੀ ਆ ਕਿ ਉਹ ਆਪਣਾ ਮਤਲਬ ਜੇ ਉਹ ਪੂਰੀ ਆਪਣੀ ਗਰੂਮਿੰਗ ਜੋ ਵੀ ਅਸੀਂ ਟ੍ਰੇਨਿੰਗ ਦਿੰਦੇ ਆ ਉਹਨੂੰ ਫੋਲੋ ਕਰਦਾ, ਔਰ ਉਹ ਜ਼ਰੂਰ ਕਾਮਯਾਬ ਹੁੰਦਾ। ਇਹਦੇ ਵਿੱਚ ਅਸੀਂ ਮਤਲਬ ਸਾਡੀ ਕੰਪਨੀ ਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਜਿਹੜਾ ਬੱਚਾ ਸਾਡੇ ਕੋਲ ਆ ਰਿਹਾ ਤਾਂ ਉਹਨਾਂ ਨੂੰ ਅਸੀਂ ਮਤਲਬ ਕਾਮਯਾਬੀ ਨਹੀਂ ਮਿਲਦੀ। ਉਹ ਆਪਣੇ ਇੰਡੀਪੈਂਡੈਂਟ ਉਹਨਾਂ ਨੂੰ ਅਸੀਂ ਲੋਕੇਸ਼ਨਸ ਦਿੰਦੇ ਆ, ਉੱਥੇ ਉਹ ਆਪਣਾ ਇੰਡੀਪੈਂਡੈਂਟ ਬਿਜ਼ਨਸ ਕਰਦੇ ਆ, ਔਰ ਉੱਥੇ ਉਹਨਾਂ ਨੂੰ ਡੈਫੀਨੇਟਲੀ ਕਾਮਯਾਬੀ ਮਿਲਦੀ ਆ। ਤੇ ਕੰਮ ਕਿਹੜਾ ਹੁੰਦਾ ਜਿਹੜਾ ਤੁਸੀਂ ਮਤਲਬ ਜਦੋਂ ਤੁਹਾਡੇ ਕੋਲ ਲੋਕ ਆਉਂਦੇ ਨੇ ਬੱਚੇ, ਤੁਸੀਂ ਸਿਖਾਉਂਦੇ ਹੋ, ਕਿਹੜੀ ਫੀਲਡ 'ਚ ਉਹਨਾਂ ਨੂੰ ਭੇਜਦੇ ਹੋ, ਕੀ ਕੰਮ ਹੁੰਦਾ? ਅਸੀਂ ਮੇਨ ਉਹਨਾਂ ਨੂੰ ਜਿੱਦਾਂ ਬਿਜ਼ਨਸ ਦੇ ਜਿਹੜੇ ਹੈਗੇ ਆ ਮੇਨ ਕਿ ਸਾਡੇ ਟ੍ਰੇਨਿੰਗ ਵੈਰੀ 3rd ਡੇ ਤੋਂ ਸਾਡੇ ਟ੍ਰੇਨਿੰਗ ਸਟਾਰਟ ਹੋ ਜਾਂਦੀ ਹੈ। ਜਦੋਂ ਸਾਡੇ ਕੋਲ ਕੋਈ ਬੱਚਾ ਜੁਆਇਨ ਕਰਦਾ ਤਾਂ ਉਸ ਤੋਂ 1-2 ਦਿਨਾਂ ਬਾਅਦ ਹੀ ਅਸੀਂ ਹੋਸਟਲ ਵੀ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੂਰੀਆਂ ਸਕਿੱਲਸ ਦਿੱਤੀਆਂ ਜਾਂਦੀਆਂ, ਉਹਨਾਂ ਦੀਆਂ ਟ੍ਰੇਨਿੰਗ ਸਟਾਰਟ ਹੋ ਜਾਂਦੀ ਆ। ਉਹਨਾਂ ਨੂੰ ਫੀਲਡ ਵਰਕ ਵੀ ਅਸੀਂ ਕਰਵਾਉਂਦੇ ਹਾਂ ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਇੱਕ ਉਹਨਾਂ ਨੂੰ ਜ਼ਿਆਦਾ ਐਕਸਪੋਜ਼ਰ ਮਿਲਦਾ। ਇਸ ਤੋਂ ਵੱਡਾ ਆਈ ਥਿੰਕ ਕੋਈ ਐਕਸਪੋਜ਼ਰ ਹੋ ਨਹੀਂ ਸਕਦਾ ਕਿ ਤੁਸੀਂ ਮਤਲਬ ਲੋਕਾਂ ਨਾਲ ਜਿੰਨਾ ਜ਼ਿਆਦਾ ਮਿਲੋਗੇ ਓਨੀ ਜ਼ਿਆਦਾ ਤੁਹਾਨੂੰ ਲਰਨਿੰਗ ਹੋਊਗੀ, ਓਨੀ ਜ਼ਿਆਦਾ ਤੁਸੀਂ ਮੈਚਿਓਰ ਹੋਵੋਗੇ ਔਰ ਕਾਮਯਾਬ ਹੋਵੋਗੇ ਤੁਸੀਂ ਜੀ। ਅੱਛਾ, ਇੱਕ ਚੀਜ਼ ਤੁਹਾਡੀ ਵਾਪਸ ਲਾਈਫ 'ਤੇ ਆਉਂਦੇ, ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਮੋਟੀਵੇਸ਼ਨ ਵੱਧ ਦਿੰਦੀ ਹੈਗੀ? ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਮੈਂ ਕਿਸੇ ਦੀ ਕਿਤਾਬ ਪੜ੍ਹਦਾ, ਪੋਜ਼ੀਟਿਵ ਚੀਜ਼ਾਂ ਪੜ੍ਹਦਾ, ਤੁਹਾਡੀ ਮੋਟੀਵੇਸ਼ਨ ਦਾ ਕਾਰਨ ਕੀ? ਮੈਨੂੰ ਵੀ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਹਸਬੈਂਡ ਨੂੰ ਮੰਨਦੀ ਹਾਂ ਕਿ ਉਹਨਾਂ ਨੇ ਇੱਕ ਮਤਲਬ ਜਿੱਦਾਂ ਜ਼ੀਰੋ ਤੋਂ ਸਟਾਰਟ ਕਰਕੇ ਇੰਨੀ ਮਿਹਨਤ ਕੀਤੀ ਆ ਔਰ ਇੱਥੋਂ ਤੱਕ ਪਹੁੰਚੇ ਆ। ਮੈਨੂੰ ਵੀ ਉਹਨਾਂ ਤੋਂ ਬਹੁਤ ਪ੍ਰੇਰਨਾ ਮਿਲੀ ਕਿ ਜੇ ਉਹ ਕਰ ਸਕਦੇ ਆ ਤਾਂ ਮੈਂ ਵੀ ਜ਼ਰੂਰ ਕੁਝ ਕਰ ਸਕਦੀ ਹਾਂ। ਤਾਂ ਬਾਕੀ ਮੈਂ ਅੱਛੀਆਂ ਮੈਨੂੰ ਬੁੱਕਸ ਪੜ੍ਹਨ ਦਾ ਸ਼ੌਕ ਆ, ਔਰ ਸਪੈਸ਼ਲੀ ਬਾਇਓਗ੍ਰਾਫੀਜ਼, ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਜਿਹੜੀਆਂ ਚੈਲੰਜ ਜਿਹੜੇ ਕਾਮਯਾਬ ਇਨਸਾਨ ਨੇ ਉਹਨਾਂ ਨੇ ਦੇਖੇ ਹੁੰਦੇ ਆ, ਸਾਨੂੰ ਉਹਦੀ ਲਰਨਿੰਗ ਮਿਲਦੀ ਆ ਕਿ ਉਹ ਕਿਸ ਤਰ੍ਹਾਂ ਉਹ ਟੈਕਲਸ ਤੋਂ ਪਾਰ ਹੋਏ ਆ। ਤਾਂ ਉਹ ਇੱਕ ਬਹੁਤ ਵੱਡੀ ਲਰਨਿੰਗ ਮਿਲਦੀ ਆ ਜਦੋਂ ਆਪਾਂ ਕੋਈ ਇੱਦਾਂ ਦੀਆਂ ਬੁੱਕਸ ਪੜ੍ਹਦੇ ਹਾਂ ਜੀ। ਅੱਛਾ ਮੈਮ, ਇਹੋ ਜਿਹੇ ਦੌਰ 'ਚ ਵਿਚਰਨਾ, ਹਾਲਾਂਕਿ ਸਮਾਂ ਬਦਲ ਰਿਹਾ ਪਰ ਹਜੇ ਵੀ ਬਹੁਤਾਤ ਇਹੋ ਜਿਹੀ ਕਿ ਮਰਦ ਖਾਸ ਕਰਕੇ ਚਾਹੁੰਦਾ ਹੁੰਦਾ ਕਿ ਔਰਤ ਘਰ ਹੀ ਸਾਂਭੇ, ਕੰਮ ਕਰਨ ਦੇ ਲਈ ਤਾਂ ਸਿਰਫ ਅਸੀਂ ਬਣੇ ਆ, ਵਪਾਰ ਕਰਨ ਦੇ ਲਈ ਤਾਂ ਸਿਰਫ ਅਸੀਂ ਬਣੇ। ਇਹੋ ਜਿਹੇ ਸਮੇਂ ਦੇ ਵਿੱਚ ਸਥਿਤੀ ਕਿਵੇਂ ਦੇਖਦੇ ਹੋ ਲੇਡੀਜ਼ ਦੀ, ਖਾਸ ਕਰਕੇ ਜੇ ਅੱਗੇ ਵਧਣਾ ਹੋਵੇ, ਜੇ ਆਪਣੇ ਸੁਪਨੇ ਸਾਕਾਰ ਕਰਨੇ ਹੋਣ? ਦੇਖੋ ਅੱਜ ਦੇ ਮਾਹੌਲ ਦੇ ਵਿੱਚ ਵੈਸੇ ਕਾਫੀ ਚੇਂਜ ਆਈ ਹੈ ਪਹਿਲਾਂ ਨਾਲੋਂ, ਪਰ ਜੇ ਮਤਲਬ ਉਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਡੇ ਜੇ ਸੁਪਨੇ ਹੈਗੇ ਆ, ਤੁਸੀਂ ਕੁਝ ਕਰਨਾ, ਤਾਂ ਆਈ ਥਿੰਕ ਤੁਹਾਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਜੇ ਤੁਸੀਂ ਸਟਰੋਂਗ ਆ, ਤੁਹਾਡਾ ਮਤਲਬ ਗੋਲ ਤੁਹਾਡਾ ਸਟਰੋਂਗ ਆ, ਤੁਸੀਂ ਸੋਚ ਲਿਆ ਕਿ ਮੈਂ ਕੁਝ ਕਰਨਾ, ਤਾਂ ਤੁਹਾਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਮੇਰੇ ਖਿਆਲ 'ਚ ਕੋਈ ਹਰਡਲ ਨਹੀਂ ਆ ਸਕਦੀ ਉਹਦੇ ਅੱਗੇ। ਹਾਂਜੀ, ਮਤਲਬ ਜੇ ਇਰਾਦੇ ਮਜ਼ਬੂਤ ਹੈ ਤੇ ਕੋਈ ਵੀ ਢਾਹ ਲਾਉਣ ਵਾਲਾ ਨਹੀਂ। ਹਾਂਜੀ, ਬਿਲਕੁਲ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਆ, ਤਾਂ ਕੋਈ ਚੀਜ਼ ਰੋਕ ਨਹੀਂ ਸਕਦੀ ਫਿਰ ਕਾਮਯਾਬ ਹੋਣ ਦੇ ਲਈ। ਅੱਛਾ ਮੈਮ, ਬਿਜ਼ਨਸ ਤਾਂ ਸਾਰੇ ਕਰਦੇ ਨੇ, ਪਰ ਡਿਊਰਿੰਗ ਸਾਰੀਆਂ ਚੀਜ਼ਾਂ ਕਰਦੇ ਹੋਏ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਮੈਂ ਸਮਾਜ ਲਈ ਵੀ ਕੁਝ ਕਰਾਂ? ਕਿਉਂਕਿ ਅੱਜ NGO ਦਾ ਵੀ ਚੰਗਾ ਨਾਮ ਹੈ। ਜੇ ਹਾਕੀ ਦੀ ਗੱਲ ਹੁੰਦੀ ਹੈ ਤੇ ਹਾਕੀ ਦਾ ਟੂਰਨਾਮੈਂਟ ਤੁਸੀਂ ਸਪੋਂਸਰ ਕਰਦੇ ਹੋ ਪੁਖਰਾਜ ਵੱਲੋਂ, ਕਬੱਡੀ ਦੀ ਗੱਲ ਹੁੰਦੀ ਹੈ ਤੇ ਮਾਂ ਖੇਡ ਦੇ ਲਈ ਵੀ ਪੂਰੀ ਸ਼ਿੱਦਤ ਨਾਲ ਸੇਵਾ ਕਰਦੇ ਹੋ, ਹੋਰ ਵੀ ਬਹੁਤ ਸਾਰੇ ਸਮਾਜ ਦੇ ਲਈ। ਇਹ ਕਿਵੇਂ ਆਇਆ ਕਿ ਸਮਾਜ ਲਈ ਵੀ ਕੁਝ ਕਰਨਾ ਚਾਹੀਦਾ?
ਜਦੋਂ ਮੈਂ 2015 ਦੇ ਵਿੱਚ ਐਜ਼ ਅ ਐਗਜ਼ੀਕਿਊਟਿਵ ਡਾਇਰੈਕਟਰ ਵਰਕਿੰਗ ਸਟਾਰਟ ਕੀਤੀ ਤਾਂ ਉਸ ਤੋਂ ਬਾਅਦ ਮਨ 'ਚ ਆਇਆ ਕਿ ਅਸੀਂ ਜਿੱਦਾਂ ਬਹੁਤ ਅੱਛਾ ਕਰ ਰਹੇ ਹਾਂ, ਆਪਣਾ ਬਿਜ਼ਨਸ ਸਾਡਾ ਬਹੁਤ ਅੱਛਾ ਚੱਲ ਰਿਹਾ, ਤਾਂ ਸਾਨੂੰ ਸਮਾਜ ਦੇ ਲਈ ਵੀ ਕੁਝ ਕਰਨਾ ਚਾਹੀਦਾ। ਤਾਂ ਇਹ ਥਾਟ ਨੂੰ ਅੱਗੇ ਵਧਾਉਂਦੇ ਹੋਏ ਫਿਰ ਅਸੀਂ 2017 ਦੇ ਵਿੱਚ ਪੁਖਰਾਜ ਫਾਊਂਡੇਸ਼ਨ ਆਪਣੀ NGO ਸਟਾਰਟ ਕੀਤੀ, ਜਿਸ ਦੇ ਅੰਡਰ ਅਸੀਂ ਨੀਡੀ ਗਰਲਜ਼ ਦੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ, ਐਨਵਾਇਰਨਮੈਂਟ ਦੇ ਲਈ ਵੀ ਅਸੀਂ ਪ੍ਰੋਜੈਕਟਸ ਕਰਦੇ ਹਾਂ, ਹੈਲਥ ਅਵੇਅਰਨੈਸ ਲਈ ਅਸੀਂ ਬਹੁਤ ਅੱਛੇ ਪ੍ਰੋਜੈਕਟਸ ਕਰਦੇ ਹਾਂ, ਔਰ ਸਪੋਰਟਸ ਦੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਤਾਂ ਸਪੋਰਟਸ ਨੂੰ ਇਨਕਰੇਜ ਕਰਨ ਦੇ ਲਈ ਤਾਂ ਕਿ ਯੂਥ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਨਾਲ ਜੁੜ ਸਕਣ, ਅਸੀਂ ਉਹਨਾਂ ਦੇ ਲਈ ਵੀ ਅਸੀਂ ਹੈਲਪ ਕਰਦੇ ਹਾਂ। ਔਰ ਬਾਕੀ ਅਸੀਂ ਆਪਣੇ ਜਿੱਦਾਂ ਕੋਈ ਵੀ ਆਪਣੇ ਕਲਚਰ ਨੂੰ ਅਸੀਂ ਸੰਭਾਲ ਕੇ ਰੱਖਣ ਦੇ ਲਈ ਵੀ ਜਿੱਦਾਂ ਤੀਜ ਸੈਲੀਬ੍ਰੇਸ਼ਨ, ਤਾਂ ਇਹਦੇ ਲਈ ਵੀ ਅਸੀਂ ਵੱਧ ਚੜ੍ਹ ਕੇ ਕਰਦੇ ਹਾਂ ਇਹਨੂੰ ਸੈਲੀਬ੍ਰੇਟ, ਤਾਂ ਕਿ ਇਹ ਜਿੰਦਾ ਰੱਖੀ ਜਾ ਸਕਣ ਇਹ ਪਰੰਪਰਾਵਾਂ ਆਪਣੀਆਂ ਜਿਹੜੀਆਂ ਪੁਰਾਣੀਆਂ ਹੈਗੀਆਂ। ਇਹ ਚੀਜ਼ਾਂ ਮਤਲਬ ਬਿਜ਼ਨਸ 'ਚ ਤਾਂ ਆਪਾਂ ਮੁਨਾਫਾ ਕਮਾ ਲੈਂਦੇ ਆ, ਪਰ ਮਨ ਨੂੰ ਸੰਤੁਸ਼ਟੀ ਹੈ ਜਿਹੜੀ ਉਹ 'ਚ ਵੀ ਮੁਨਾਫਾ ਮਿਲਦਾ ਹੈ। ਬਿਲਕੁਲ, ਉਹਦੇ ਨਾਲ ਆਪਾਂ ਨੂੰ ਹੋਰ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਆ ਕਿ ਐਟਲੀਸਟ ਅਸੀਂ ਸਮਾਜ ਦੇ ਲਈ ਇਹ ਵੀ ਅਸੀਂ ਇੱਕ ਅੱਛਾ ਯੋਗਦਾਨ ਦੇ ਰਹੇ ਹਾਂ ਕਿ ਜਿਹੜੇ ਨੀਡੀ ਪੀਪਲ ਹੈਗੇ ਆ ਉਹਨਾਂ ਦੀ ਅਸੀਂ ਮਤਲਬ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਕੰਮ ਆ ਰਹੇ ਹਾਂ, ਤਾਂ ਇਹ ਹੋਰ ਜ਼ਿਆਦਾ ਵਧੀਆ ਲੱਗਦਾ, ਸੈਟਿਸਫਾਈ ਅਸੀਂ ਇਸ ਲਈ ਵਧੀਆ। ਤਾਂ ਵੀ ਸਰਤਾਜ ਹੋਣੀ ਕਹਿੰਦੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੇ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਹੁਣ ਸੌਖੇ ਹੋ। ਹਾਂਜੀ, ਇਹ ਚੀਜ਼ ਜ਼ਿਆਦਾ ਮਤਲਬ ਆਪਾਂ ਨੂੰ ਸੰਤੁਸ਼ਟੀ ਦਿੰਦੀ ਹੈ ਕਿ ਐਟਲੀਸਟ ਅਸੀਂ ਕਿਸੇ ਦੇ ਕੰਮ ਆ ਰਹੇ ਹਾਂ, ਕਿਸੇ ਦੇ ਲਾਈਫ ਸਾਡੇ ਸਹਿਯੋਗ ਨਾਲ ਹੋਰ ਅੱਛੀ ਹੋ ਰਹੀ ਆ, ਔਰ ਸਮਾਜ ਦੇ ਲਈ ਅਸੀਂ ਆਪਣਾ ਕੋਈ ਅੱਛਾ ਯੋਗਦਾਨ ਦੇ ਰਹੇ ਹਾਂ। ਅੱਛਾ, ਆਖਰੀ ਸਵਾਲ, ਪੁਖਰਾਜ ਦੇ ਨਾਲ ਜਿਹੜੇ ਲੋਕ ਜੁੜਦੇ ਨੇ ਜਾਂ ਫਿਰ ਤੁਹਾਨੂੰ ਸੁਣ ਰਹੇ ਹੋਣ ਲੋਕ ਜਿਹੜੇ, ਕੀ ਮੈਸੇਜ ਦਿੰਦੇ ਹੋ ਖਾਸ ਕਰ ਯੂਥ ਨੂੰ ਜਿਹੜੇ ਇਸ ਵਕਤ ਇੰਟਰਵਿਊ ਦੇ ਨਾਲ ਜੁੜੇ ਹੋ? ਮੈਂ ਸਪੈਸ਼ਲੀ ਲੜਕੀਆਂ ਦੇ ਲਈ ਮੈਸੇਜ ਦੇਣਾ ਚਾਹਾਂਗੀ ਕਿ ਲੜਕੀਆਂ ਨੂੰ ਕਦੇ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਸੇ ਵੀ ਫੀਲਡ ਤੋਂ, ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਲੜਕੀਆਂ ਹਰ ਫੀਲਡ ਦੇ ਵਿੱਚ ਗਰੋ ਕਰ ਰਹੀਆਂ, ਔਰ ਜੇ ਲੜਕੀਆਂ ਗਰੋ ਕਰਨਗੀਆਂ, ਆਈ ਥਿੰਕ 50% ਪਾਪੂਲੇਸ਼ਨ ਲੜਕੀਆਂ ਲੇਡੀਜ਼ ਦੀ ਆ, ਤਾਂ ਉਹਦੇ ਨਾਲ ਸਮਾਜ ਆਟੋਮੈਟਿਕਲੀ ਗਰੋ ਕਰੂਗਾ। ਔਰ ਮੈਂ ਪੇਰੈਂਟਸ ਦੇ ਲਈ ਵੀ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਪੇਰੈਂਟਸ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਲੜਕੀਆਂ ਕਿਸੇ ਕੋਲੋਂ ਘੱਟ ਆ, ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਬਰਾਬਰ ਕਿ ਉਹ ਵੀ ਕੁਝ ਕਰ ਸਕਣ, ਅੱਗੇ ਵਧ ਸਕਣ। ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਥੈਂਕ ਯੂ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ, ਥੈਂਕ ਯੂ ਸੋ ਮਚ। ਸੋ ਅਮਨਦੀਪ ਕੌਰ ਚੀਮਾ ਜੀ ਨੇ ਪੁਖਰਾਜ ਦੀ ਕਾਮਯਾਬੀ ਦਾ ਵੱਡਾ ਰਾਜ ਨੇ, ਸੱਦਾ ਦੇ ਰਹੇ ਨੇ ਖਾਸ ਕਰ ਨੌਜਵਾਨਾਂ ਨੂੰ ਕਿ ਜੇਕਰ ਤੁਹਾਨੂੰ ਮੌਕਾ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ, ਸਾਡੇ ਨਾਲ ਜੁੜੋ, ਅਸੀਂ ਸਿਖਾਵਾਂਗੇ, ਪੜ੍ਹਾਵਾਂਗੇ, ਤੁਹਾਡੇ 'ਤੇ ਇਨਵੈਸਟ ਵੀ ਕਰਾਂਗੇ, ਕਾਮਯਾਬੀ ਦੀ 100% ਗਰੰਟੀ ਵੀ ਚੱਕਦੇ ਨੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।